ਹੈਲੋ एवरीवन ਵੈਲਕਮ ਬੈਕ ਟੂ ਯਰ ਓਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਉਹ ਸੀਟੈਟ ਹੋਵੇ, ਪੀਟੈਟ ਹੋਵੇ ਜਾਂ ਫਿਰ ਐਨਟੀਟੀ ਦਾ ਐਗਜ਼ਾਮ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਅੱਜ ਆਪਾਂ ਆਪਣੀ ਬਾਇਓਲੋਜੀ ਦਾ ਨੈਕਸਟ ਟੌਪਿਕ ਕੰਟੀਨਿਊ ਕਰਨ ਵਾਲੇ ਹਾਂ। ਜਿਨ੍ਹਾਂ ਨੇ ਸਟਾਰਟਿੰਗ ਨਹੀਂ ਕੀਤੀ, ਮੈਂ ਬਾਇਓਲੋਜੀ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੈ। ਪਹਿਲਾਂ ਉਹ ਜੋ ਫਸਟ ਲੈਕਚਰਸ ਲਗਾ ਚੁੱਕੇ ਹਾਂ ਆਪਾਂ ਉਹਨਾਂ ਨੂੰ ਦੇਖ ਲਓ, ਦੈਨ ਅੱਗੇ ਕੰਟੀਨਿਊ ਕਰੋ। ਸਟਾਰਟ ਕਰਦੇ ਹਾਂ ਅੱਜ ਦਾ ਆਪਾਂ ਅੱਗੇ ਟੌਪਿਕ। ਲਾਸਟ ਆਪਾਂ ਗੱਲ ਕੀਤੀ ਸੀ ਆਰਗੈਨਿਕ ਇਵੈਲੂਏਸ਼ਨ ਦੀ। ਅੱਜ ਆਪਾਂ ਬੋਟਨੀ ਸਟਾਰਟ ਕਰਾਂਗੇ। ਬੋਟਨੀ ਦੇਖੋ, ਬੋਟਨੀ ਹੁੰਦੀ ਕੀ ਹੈ, ਇਹ ਵੀ ਬਾਇਓਲੋਜੀ ਦਾ ਹੀ ਇੱਕ ਪਾਰਟ ਹੈ। ਇਹਦੇ ਵਿੱਚ ਸਟੱਡੀ ਹੁੰਦੀ ਹੈ ਡਿਫਰੈਂਟ ਟਾਈਪਸ ਆਫ ਜੋ ਪਲਾਂਟਸ ਨੇ ਜਾਂ ਫਲਾਵਰਸ ਨੇ, ਮੀਨਸ ਪਲਾਂਟਸ ਦੀ ਅਲੱਗ-ਅਲੱਗ ਕੈਟਾਗਰੀਜ਼ ਜੋ ਕਿਹਦੇ ਵਿੱਚ ਆ ਜਾਂਦੀਆਂ ਨੇ, ਬੋਟਨੀ ਦੇ ਵਿੱਚ ਆ ਜਾਂਦੀਆਂ ਨੇ। ਤਾਂ ਜਦੋਂ ਆਪਾਂ ਪਲਾਂਟਸ ਬਾਰੇ ਸਟੱਡੀ ਕਰਦੇ ਹਾਂ ਉਸ ਸਬਜੈਕਟ ਨੂੰ ਜਾਂ ਜੋ ਉਹ ਬਾਇਓ ਦਾ ਪਾਰਟ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ, ਬੋਟਨੀ ਕਿਹਾ ਜਾਂਦਾ ਹੈ। ਦੇਖੋ ਇੱਥੇ ਇੱਕ ਸਪੈਸ਼ਲ ਜੋ ਮੇਨ ਕੁਐਸਚਨ ਬਣਦਾ ਹੈ, ਫਾਦਰ ਆਫ ਬੋਟਨੀ। ਫਾਦਰ ਆਫ ਬੋਟਨੀ ਕਿਹਾ ਜਾਂਦਾ ਹੈ ਥੀਓਫੈਟਸ ਨੂੰ। ਮੈਂ ਲਿਖ ਦਿੰਦੀ ਹਾਂ ਇੱਥੇ ਸਪੈਲਿੰਗ। ਇਹ ਜੋ ਫਾਦਰਸ ਹੁੰਦੇ ਆ ਨਾ, ਇਹ ਡਾਇਰੈਕਟਲੀ ਕੁਐਸਚਨਸ ਬਣ ਜਾਂਦੇ ਆ। ਤਾਂ ਇਹ ਇੰਪੋਰਟੈਂਟ ਹੈ, ਤੁਹਾਨੂੰ ਇਹਨਾਂ ਦੇ ਜੋ ਨੇਮ ਹੈ ਇਹ ਕੀ ਹੈ ਪਤਾ ਹੋਣਾ ਚਾਹੀਦਾ ਹੈ। ਫਾਦਰ ਆਫ ਬੋਟਨੀ ਕੌਣ ਹੈ? ਥੀਓਫੈਟਸ। ਅੱਗੇ ਅਗਰ ਆਪਾਂ ਗੱਲ ਕਰੀਏ ਕਲਾਸੀਫਿਕੇਸ਼ਨ ਆਫ ਜੋ ਪਲਾਂਟਸ ਦੀ ਹੈ, ਪਲਾਂਟਸ ਦੀ ਕਲਾਸੀਫਿਕੇਸ਼ਨ ਬਾਰੇ। ਪਲਾਂਟਸ ਦੀ ਕਲਾਸੀਫਿਕੇਸ਼ਨ ਕਿਹਨਾਂ ਨੇ ਦਿੱਤੀ ਸੀ? ਐਕਲਰ ਨੇ। ਕਲਾਸੀਫਿਕੇਸ਼ਨ ਸਾਇੰਟਿਸਟ ਹੋਏ ਨੇ ਐਕਲਰ, ਉਹਨਾਂ ਨੇ ਦਿੱਤੀ ਸੀ 1883 ਦੇ ਵਿੱਚ। 1883 ਦੇ ਵਿੱਚ ਕੀ ਹੈ, ਕਲਾਸੀਫਿਕੇਸ਼ਨ ਦਿੱਤੀ ਸੀ ਕਿਸ ਦੀ? ਪਲਾਂਟ ਕਿੰਗਡਮ ਦੀ, ਜਿਸ ਦੇ ਵਿੱਚ ਦੋ ਮੇਨ ਗਰੁੱਪ ਦੇ ਵਿੱਚ ਕੀ ਕੀਤਾ ਸੀ, ਪਲਾਂਟਸ ਨੂੰ ਡਿਵਾਈਡ ਕੀਤਾ ਸੀ। ਇੱਕ ਤਾਂ ਸੀ ਕ੍ਰਿਪਟੋਗੇਮ ਐਂਡ ਜੋ ਸੈਕਿੰਡ ਵਨ ਸੀ ਉਹ ਕਿਹੜੀ ਸੀ? ਫਨੇਰੋਗੇਮ। ਦੋ ਕੈਟਾਗਰੀਜ਼ ਦੇ ਵਿੱਚ ਮੇਨਲੀ ਕੀ ਕੀਤਾ ਸੀ, ਡਿਵਾਈਡ ਕੀਤਾ ਸੀਗਾ ਐਕਲਰ ਨੇ। ਇਹਨਾਂ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਤਾਂ ਤੁਸੀਂ ਮੇਨਲੀ ਕੀ ਯਾਦ ਰੱਖਣੀ ਹੈ, ਦੋ ਕੈਟਾਗਰੀਜ਼ ਜੋ ਕਿਨੇ ਇੱਕ ਐਕਲਰ ਨੇ ਦਿੱਤੀਆਂ ਸੀ 1883 ਈਅਰ ਦੇ ਵਿੱਚ। ਇਹਨਾਂ ਦੇ ਬੇਸਿਸ 'ਤੇ ਹੀ ਅੱਗੇ ਪਲਾਂਟ ਕਿੰਗਡਮ ਦੀ ਕੀ ਹੋਈ ਹੈ, ਕਲਾਸੀਫਿਕੇਸ਼ਨ ਹੋਈ ਹੈ। ਕਲੀਅਰ। ਨੈਕਸਟ ਆਪਾਂ ਡਿਸਕਸ ਕਰਦੇ ਹਾਂ। ਹਾਂਜੀ ਦੇਖੋ ਆ ਰਹੀ ਤੁਹਾਡੀ ਫੁੱਲ ਡਾਇਗਰਾਮ, ਜਿਸ ਬੇਸਿਸ 'ਤੇ ਤੁਸੀਂ ਸਾਰੇ ਪਲਾਂਟ ਕਿੰਗਡਮ ਨੂੰ ਸਮਝ ਸਕਦੇ ਹੋ ਕਿ ਕਿਸ ਵੇ ਨਾਲ ਪਲਾਂਟ ਕਿੰਗਡਮ ਨੂੰ ਡਿਵਾਈਡ ਕੀਤਾ ਹੋਇਆ। ਦੇਖੋ ਹੁਣੇ ਮੈਂ ਦੱਸਿਆ ਪਲਾਂਟ ਕਿੰਗਡਮ ਨੂੰ ਐਕਲਰ ਨੇ ਟੂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਸੀ, ਕ੍ਰਿਪਟੋਗਮਸ ਐਂਡ ਫਨੈਰੋਗਮਸ, ਦੋ ਮੇਨ ਕੈਟਾਗਰੀਜ਼। ਅਗਰ ਮੈਂ ਇਹਨਾਂ ਬਾਰੇ ਥੋੜ੍ਹਾ ਜਿਹਾ ਦੱਸਾਂ, ਅੱਗੇ ਡਿਟੇਲ 'ਚ ਗੱਲ ਕਰਾਂਗੇ। ਕ੍ਰਿਪਟੋਗਮਸ ਉਹ ਹੁੰਦੇ ਆ ਜੋ ਵਿਦਾਊਟ ਸੀਡ ਗਰੋ ਹੋਣ, ਵਿਦਾਊਟ ਸੀਡ ਪਲਾਂਟ ਗਰੋ ਹੋਣ, ਉਹਨਾਂ ਨੂੰ ਕੀ ਬੋਲਦੇ ਆ? ਕ੍ਰਿਪਟੋਗਮ। ਹੁਣ ਤੁਹਾਨੂੰ ਦੂਸਰੇ ਦਾ ਪਤਾ ਲੱਗ ਹੀ ਗਏ ਹੋਣਗੇ, ਜੋ ਵਿਦ ਦਾ ਹੈਲਪ ਆਫ ਸੀਡ ਗਰੋ ਹੋਣ, ਵਿਦ ਦਾ ਹੈਲਪ ਆਫ ਸੀਡ ਗਰੋ ਹੋਣ, ਉਹ ਪਲਾਂਟਸ ਨੂੰ ਫਨੈਰੋਗਮ ਬੋਲਦੇ ਆ। ਮੀਨਸ ਐਕਲਰ ਨੇ ਆਹ ਦੋ ਡਿਵੀਜ਼ਨਸ ਦਿੱਤੀਆਂ ਸੀ। ਇਹਨਾਂ ਨੂੰ ਅੱਗੇ ਕੀ ਹੈ, ਥ੍ਰੀ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਹੈ, ਜਿਵੇਂ ਥੈਲੋਫਾਈਟਾ, ਬ੍ਰਾਇਓਫਾਈਟਾ, ਪਟੈਰੀਓਫਾਈਟਾ। ਅਤੇ ਜੋ ਫਨੈਰੋਗਮਸ ਨੇ ਇਹ ਵੀ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਨੇ, ਜਿਮਨੋਸਪਰਮ ਐਂਡ ਐਂਜੀਓਸਪਰਮ। ਇਹਨਾਂ ਦੀ ਆਪਾਂ ਕੀ ਕਰਾਂਗੇ, ਡਿਟੇਲ ਦੇ ਵਿੱਚ ਕੀ ਕਰਾਂਗੇ, ਗੱਲ ਕਰਾਂਗੇ। ਕਲੀਅਰ। ਡਿਸਕਸ ਕਰਦੇ ਹਾਂ ਹੁਣ ਇਸ ਚਾਰਟ ਨੂੰ ਪ੍ਰੋਪਰ ਵੇ ਦੇ ਵਿੱਚ। ਦੇਖੋ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਕ੍ਰਿਪਟੋਗਮਸ, ਜੋ ਮੈਂ ਹੁਣੇ ਦੱਸਿਆ ਕਿਹੜੇ ਪਲਾਂਟਸ ਹੁੰਦੇ ਆ ਜੋ ਨੋਨ ਫਲਾਵਰਿੰਗ ਹੋਣ, ਮੀਨਸ ਜਿਨ੍ਹਾਂ 'ਤੇ ਫਲਾਵਰ ਗਰੋ ਨਹੀਂ ਕਰਦੇ, ਅਤੇ ਐਂਡ ਵਿਦਾਊਟ ਸੀਡਸ। ਇਹ ਉਹ ਪਲਾਂਟਸ ਨੇ ਜੋ ਬਿਨਾਂ ਸੀਡ ਤੋਂ, ਵਿਦਾਊਟ ਸੀਡ ਕੀ ਹੋ ਜਾਂਦੇ ਨੇ, ਗਰੋ ਹੋ ਜਾਂਦੇ ਨੇ। ਇਹਨਾਂ ਨੂੰ ਸੀਡ ਦੀ ਜ਼ਰੂਰਤ ਨਹੀਂ ਪੈਂਦੀ। ਇਹ ਤੁਹਾਡੀ ਟਾਈਪ 1 ਹੈ। ਕਲੀਅਰ, ਸਮਝ ਆਇਆ। ਇਟ ਇਜ਼ ਦ, ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਅੱਗੇ ਕਿਹੜੀ ਕੈਟਾਗਰੀ ਸੀ? ਥੈਲੋਫਾਈਟਾ ਫਸਟ ਕੈਟਾਗਰੀ। ਇਹਦੀ ਅਗਰ ਮੈਂ ਗੱਲ ਕਰਾਂ, ਮੋਸਟਲੀ ਦੋਨੇ ਸੇਮ ਹੀ ਨੇ, ਇਸੇ ਦੀ ਕੈਟਾਗਰੀ ਹੈ। ਤਾਂ ਇਹ ਵੀ ਵਿਦਾਊਟ ਸੀਡ ਗਰੋ ਹੁੰਦੇ ਨੇ, ਕੋਈ ਵੀ ਫਲਾਵਰ ਪ੍ਰੈਜੈਂਟ ਨਹੀਂ ਹੁੰਦਾ ਇਹਦੇ ਵਿੱਚ ਵੀ। ਜੋ ਪਲਾਂਟ ਦੀ ਬੋਡੀ ਹੈ, ਥੈਲੋਫਾਈਟਾ ਦੀ ਪਲਾਂਟ ਬੋਡੀ ਹੈ, ਇਹ ਅੱਗੇ ਡਿਵਾਈਡ ਨਹੀਂ ਹੁੰਦੀ ਕਿਸ ਕਿਸ ਦੇ ਵਿੱਚ? ਰੂਟ ਦੇ ਵਿੱਚ, ਸਟੈਮ ਦੇ ਵਿੱਚ, ਅਤੇ ਲੀਵਸ। ਮੀਨਸ ਜੋ ਇਹ ਪਲਾਂਟ ਹੈ ਇਹ ਜਿਵੇਂ ਐਲਗੀ ਨਹੀਂ ਹੁੰਦੀ, ਇਸ ਵੇ ਦੇ ਨਾਲ ਇੱਦਾਂ ਹੁੰਦੇ ਆ, ਅੱਗੇ ਡਿਵਾਈਡ ਹੁੰਦੇ ਰਹਿੰਦੇ ਆ। ਬਟ ਇਹਨਾਂ ਦੇ ਅੱਗੇ ਜੋ ਟਾਈਪਸ ਨਹੀਂ ਹੁੰਦੀਆਂ, ਬੋਡੀ ਪਾਰਟਸ ਨਹੀਂ ਹੁੰਦੇ, ਜਿਵੇਂ ਰੂਟਸ, ਸਟੈਮ ਅਤੇ ਲੀਵਸ, ਇਹ ਬੋਡੀ ਪਾਰਟਸ ਪ੍ਰੈਜੈਂਟ ਨਹੀਂ ਹੁੰਦੇ। ਕਲੀਅਰ।
ਇਟ ਇਜ਼ ਦਾ ਲਾਰਜੈਸਟ ਗਰੁੱਪ ਆਫ ਪਲਾਂਟ ਕਿੰਗਡਮ। ਇਹ ਪਲਾਂਟ ਕਿੰਗਡਮ ਦਾ ਬਹੁਤ ਵੱਡਾ ਕੀ ਹੈ, ਗਰੁੱਪ ਹੈ, ਲਾਰਜੈਸਟ ਗਰੁੱਪ ਹੈ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਅਰ ਇਜ਼ ਨੋ ਕੰਡਕਟਿੰਗ ਟਿਸ਼ੂ, ਇਹਨਾਂ ਦੇ ਵਿੱਚ ਕੋਈ ਵੀ ਕੰਡਕਟਿੰਗ ਟਿਸ਼ੂ ਪ੍ਰੈਜ਼ੈਂਟ ਨਹੀਂ ਹੁੰਦੇ। ਹੁਣ ਮੈਂ ਅੱਗੇ ਤੁਹਾਨੂੰ ਕੰਟੀਨਿਊ ਕਰਵਾਉਣ ਤੋਂ ਪਹਿਲਾਂ ਕੰਡਕਟਿੰਗ ਟਿਸ਼ੂ ਦੱਸਦੀ ਹਾਂ ਕਿ ਕੀ ਹੁੰਦੇ ਨੇ। ਇਹ ਬਹੁਤ ਇੰਪੋਰਟੈਂਟ ਹੈ, ਅੱਗੇ ਕਾਫੀ ਵਾਰ ਮੈਂ ਇਹ ਵਰਡ ਯੂਜ਼ ਕਰੂੰਗੀ, ਤਾਂ ਧਿਆਨ 'ਚ ਰੱਖਣਾ ਹੈ ਕਿ ਕੰਡਕਟਿੰਗ ਟਿਸ਼ੂਜ਼ ਕੀ ਹੁੰਦੇ ਆ। ਦੇਖੋ ਜੋ ਕੰਡਕਟਿੰਗ ਟਿਸ਼ੂਜ਼ ਹੈ ਇਹ ਦੋ ਟਾਈਪਸ ਦੇ ਹੁੰਦੇ ਆ। ਹਾਂਜੀ, ਕੰਡਕਟਿੰਗ ਟਿਸ਼ੂਜ਼ ਮੇਨਲੀ ਟੂ ਟਾਈਪਸ ਦੇ ਵਿੱਚ ਕੀ ਕੀਤੇ ਜਾਂਦੇ ਨੇ, ਡਿਵਾਈਡ ਕੀਤੇ ਜਾਂਦੇ ਨੇ। ਕਿਹੜੇ ਕਿਹੜੇ ਦੋ ਹੁੰਦੇ, ਇੱਕ ਜ਼ਾਈਲਮ, ਇੱਕ ਫਿਲੋਮ। ਜ਼ਾਈਲਮ ਐਂਡ ਫਿਲੋਮ ਦੋ ਮੇਨ ਕੈਟਾਗਰੀਜ਼ ਹੈ। ਅਗਰ ਮੈਂ ਗੱਲ ਕਰਾਂ ਦੇਖੋ ਜ਼ਾਈਲਮ ਦੀ, ਤਾਂ ਜ਼ਾਈਲਮ ਇੱਕ ਵਸਕੂਲਰ ਟਿਸ਼ੂ ਹੈ, ਕੰਡਕਟਿੰਗ ਟਿਸ਼ੂ ਹੈ। ਇਸ ਦਾ ਮੇਨ ਕੰਮ ਕੀ ਹੁੰਦਾ ਹੈ, ਜੋ ਟਰਾਂਸਪੋਰਟ ਕਰਦਾ ਹੈ ਵਾਟਰ ਐਂਡ ਨਿਊਟਰੀਐਂਟਸ, ਪਲਾਂਟ ਦੇ ਬਾਕੀ ਪਾਰਟਸ ਤੱਕ ਵਾਟਰ ਅਤੇ ਨਿਊਟਰੀਐਂਟ ਦਾ ਟਰਾਂਸਪੋਰਟ ਕਰਨ ਦਾ ਕੰਮ ਕੌਣ ਕਰਦਾ ਹੈ, ਜ਼ਾਈਲਮ। ਕਲੀਅਰ। ਜ਼ਾਈਲਮ ਦਾ ਮੇਨ ਕੰਮ ਕੀ ਹੈ, ਵਾਟਰ ਅਤੇ ਜੋ ਨਿਊਟਰੀਐਂਟਸ ਨੇ ਉਹਨਾਂ ਦਾ ਟਰਾਂਸਪੋਰਟੇਸ਼ਨ ਕਰਨਾ, ਪਲਾਂਟਸ ਦੇ ਬਾਕੀ ਪਾਰਟਸ ਤੱਕ ਪਹੁੰਚਾਉਣ ਦਾ ਕੰਮ। ਅਤੇ ਫਿਰ ਫਿਲੋਮ ਕੀ ਕਰਦਾ, ਫਿਲੋਮ ਦਾ ਕੰਮ ਹੈ ਜੋ ਫੂਡ ਹੈ ਪਲਾਂਟ ਕੋਲ, ਫੂਡ ਆਫ ਪਲਾਂਟ ਨੂੰ ਟਰਾਂਸਪੋਰਟ ਕਰਨਾ ਬਾਕੀ ਪਾਰਟਸ ਤੱਕ। ਕੋਈ ਨਾ ਕੋਈ ਦੇਖੋ ਚੀਜ਼ ਹੁੰਦੀ ਹੈ ਨਾ ਜੋ ਟਰਾਂਸਪੋਰਟ ਕਰਦੀ ਹੈ ਹਰੇਕ ਚੀਜ਼ ਨੂੰ, ਐਵੇਂ ਆਪਣੇ ਆਪ ਤੋਂ ਚਲੀ ਨਾ ਜਾਊਗੀ। ਤਾਂ ਇਹਨਾਂ ਦੇ ਵਿੱਚ ਫੂਡ ਟਰਾਂਸਪੋਰਟ ਕਰਨ ਵਾਲਾ ਫਿਲੋਮ ਹੈ, ਅਤੇ ਵਾਟਰ ਅਤੇ ਨਿਊਟਰੀਐਂਟਸ ਟਰਾਂਸਪੋਰਟ ਕਰਨ ਵਾਲਾ ਕੌਣ ਹੈ, ਜ਼ਾਈਲਮ ਹੈ। ਦੋ ਮੇਨ ਟਿਸ਼ੂਜ਼ ਨੇ, ਇਹਨਾਂ ਨੂੰ ਕੰਡਕਟਿੰਗ ਟਿਸ਼ੂਜ਼ ਵੀ ਬੋਲਦੇ ਆ ਐਂਡ ਵਸਕੂਲਰ ਟਿਸ਼ੂਜ਼ ਵੀ ਬੋਲਦੇ ਆ, ਵਸਕੂਲਰ ਟਿਸ਼ੂਜ਼ ਵੀ ਬੋਲਦੇ ਆ। ਤਾਂ ਇਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਵਸਕੂਲਰ ਨੇਮ ਵੀ ਆ ਸਕਦਾ, ਕੰਡਕਟਿੰਗ ਟਿਸ਼ੂਜ਼ ਵੀ ਆ ਸਕਦਾ, ਜ਼ਾਈਲਮ ਐਂਡ ਫਿਲੋਮ। ਇਹਨਾਂ ਦੀਆਂ ਟਾਈਪਸ ਨੇ ਜਿਨ੍ਹਾਂ ਦਾ ਅਲੱਗ-ਅਲੱਗ ਕੀ ਹੈ ਰੋਲ, ਇੱਕ ਫੂਡ ਟਰਾਂਸਫਰ ਕਰਦੇ, ਦੂਸਰਾ ਵਾਟਰ ਅਤੇ ਨਿਊਟਰੀਐਂਟਸ ਨੂੰ ਟਰਾਂਸਫਰ ਕਰਦੇ। ਕਲੀਅਰ। ਅੱਗੇ ਆਪਾਂ ਕੰਟੀਨਿਊ ਕਰਦੇ ਹਾਂ। ਦੇਖੋ ਨੈਕਸਟ ਕੀ ਹੈ, ਇਸ ਦੇ ਕੁਝ ਪਾਰਟਸ ਨੇ। ਫਸਟ ਵਨ ਕੀ ਸੀ, ਥੈਲੋਫਾਈਟਾ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਐਲਗੀ ਆ ਜਾਂਦੀ ਹੈ। ਅਗਰ ਮੈਂ ਗੱਲ ਕਰਾਂ ਐਲਗੀ ਦੀ, ਤਾਂ ਐਲਗੀ ਦੀ ਅਗਰ ਗੱਲ ਕਰੀਏ, ਐਲਗੀ ਦੇਖੋ ਕੀ ਹੈ, ਐਲਗੀ ਦਾ ਮਤਲਬ ਕੀ ਹੈ, ਸੀਵੀਡ ਵੀ ਕਹਿੰਦੇ ਆ ਐਲਗੀ, ਜਿਸ ਨੇਮ ਤੋਂ ਲਿਆ ਗਿਆ ਐਲਗੀ, ਲਿਆ ਗਿਆ ਐਲਗਾ ਵਰਡ ਤੋਂ, ਜਿਸ ਦਾ ਮਤਲਬ ਹੈ ਸੀਵੀਡ, ਜਿਹੜਾ ਸਮੁੰਦਰ ਦੇ ਵਿੱਚ ਪਾਇਆ ਜਾਂਦਾ ਮੇਨਲੀ ਵੀਡ, ਸੀਵੀਡ ਕਿਹਾ ਜਾਂਦਾ। ਦੇਖੋ ਮੇਨਲੀ ਕਿਸ ਕੈਟਾਗਰੀ ਦੇ ਵਿੱਚ ਹੈ, ਥੈਲੋਫਾਈਟਾ, ਹੁਣੇ ਮੈਂ ਦੱਸਿਆ। ਮੇਨਲੀ ਇਹ ਕੀ ਹੁੰਦੇ ਆ, ਸਿੰਪਲ ਹੁੰਦੇ ਆ, ਵਸਕੂਲਰ ਟਿਸ਼ੂਜ਼ ਨਹੀਂ ਹੁੰਦੇ ਇਹਨਾਂ 'ਚ ਪ੍ਰੈਜ਼ੈਂਟ, ਨੋਨ ਵਸਕੂਲਰ ਟਿਸ਼ੂਜ਼ ਹੁੰਦੇ ਆ, ਨੋਨ ਵਸਕੂਲਰ ਪਲਾਂਟਸ, ਮਤਲਬ ਇਹਨਾਂ ਦੇ ਵਿੱਚ ਜ਼ਾਈਲਮ ਅਤੇ ਫਿਲੋਮ ਕੀ ਹੁੰਦੇ ਆ, ਐਬਸੈਂਟ ਹੁੰਦੇ ਆ। ਆਟੋਟ੍ਰੋਪਿਕ ਹੁੰਦੇ ਆ। ਹੁਣ ਆਟੋਟ੍ਰੋਪਿਕ ਦਾ ਮਤਲਬ ਕੀ ਹੈ, ਇਹਨਾਂ ਦਾ ਕਲਰ ਕੀ ਹੁੰਦਾ, ਗ੍ਰੀਨ। ਗ੍ਰੀਨ ਕਲਰ ਦਾ ਮਤਲਬ ਕੀ ਹੈ, ਇਹ ਆਪਣਾ ਫੂਡ ਕੀ ਹੈ, ਖੁਦ ਪ੍ਰੀਪੇਅਰ ਕਰਦੇ ਆ। ਕਲੀਅਰ। ਆਪਣਾ ਫੂਡ ਕੀ ਕਰਦੇ ਆ, ਖੁਦ ਪ੍ਰੀਪੇਅਰ ਕਰਦੇ ਆ। ਦੇਖੋ ਹੁਣ ਗ੍ਰੀਨ ਕਲਰ ਹੈ ਮੀਨਸ ਕਲੋਰੋਫਿਲ ਪ੍ਰੈਜ਼ੈਂਟ ਹੈ, ਕਲੋਰੋਫਿਲ ਪ੍ਰੈਜ਼ੈਂਟ ਹੈ ਅਗਰ ਇਹਦੇ ਵਿੱਚ, ਤਾਂ ਇਹ ਆਪਣਾ ਖਾਣਾ ਖੁਦ ਫੋਰਮ ਕਰ ਸਕਦੇ ਆ। ਆਟੋ ਦਾ ਮਤਲਬ ਕੀ ਹੁੰਦਾ, ਆਪਣੇ ਆਪ, ਜੋ ਆਪਣੇ ਆਪ ਆਪਣਾ ਖਾਣਾ ਤਿਆਰ ਕਰਨ ਉਹਨਾਂ ਨੂੰ ਕੀ ਬੋਲਦੇ ਆ, ਆਟੋਟ੍ਰੋਪਿਕ। ਤਾਂ ਜੋ ਐਲਗੀ ਹੈ ਉਹ ਕੀ ਹੈ, ਆਟੋਟ੍ਰੋਪਿਕ ਹੈ, ਕਿਉਂਕਿ ਇਹ ਗ੍ਰੀਨ ਕਲਰ ਦੀ ਹੈ, ਕਲੋਰੋਫਿਲ ਪ੍ਰੈਜ਼ੈਂਟ ਹੈ ਔਰ ਆਪਣਾ ਖਾਣਾ ਕੀ ਕਰਦੀ ਹੈ, ਖੁਦ ਬਣਾਉਂਦੀ ਹੈ। ਵਿਦ ਨੋ ਡਿਫਰੈਂਸ਼ੀਏਟ ਟਿਸ਼ੂਜ਼, ਅੱਗੇ ਡਿਫਰੈਂਸ਼ੀਏਟ ਟਿਸ਼ੂਜ਼ ਨਹੀਂ ਹੈ, ਮੀਨਸ ਨਾ ਲੀਵਸ ਹੈ, ਨਾ ਰੂਟਸ ਹੈ, ਨਾ ਸਟੈਮ ਹੈ। ਐਲਗੀ ਯੂਨੀਸੈਲੂਲਰ ਵੀ ਹੋ ਸਕਦੀ ਹੈ, ਮਲਟੀ ਸੈਲੂਲਰ ਵੀ ਹੋ ਸਕਦੀ ਹੈ। ਨੈਕਸਟ ਇੱਕ ਮੇਨ ਪੁਆਇੰਟ ਹੈ ਇੱਥੇ, ਦ ਸਟੱਡੀ ਆਫ ਐਲਗੇ ਇਜ਼ ਕਾਲਡ ਫਾਈਕੋਲੋਜੀ। ਐਲਗੀ ਦੀ ਸਟੱਡੀ ਨੂੰ ਫਾਈਕੋਲੋਜੀ ਕਿਹਾ ਜਾਂਦਾ ਹੈ। ਇੰਪੋਰਟੈਂਟ ਪੁਆਇੰਟ ਹੈ, ਤੁਹਾਨੂੰ ਪੇਪਰ 'ਚ ਡਾਇਰੈਕਟ ਕੁਐਸਚਨਸ ਬਣ ਸਕਦੇ ਆ। ਕਲੀਅਰ। ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਐਲਗੋਲੋਜੀ ਵੀ ਆ ਜਾਂਦਾ, ਕਨਫਿਊਜ਼ ਨਹੀਂ ਹੋਣਾ। ਕਈ ਵਾਰ ਤੁਹਾਨੂੰ ਆਪਸ਼ਨ 'ਚ ਐਲਗੋਲੋਜੀ ਆ ਜੀ, ਕਿਤੇ ਤੁਸੀਂ ਇਹੀ ਵਾਲਾ ਲੱਭੀ ਜਾਓ, ਤਾਂ ਐਲਗੋਲੋਜੀ ਵੀ ਆ ਸਕਦਾ ਅਤੇ ਫਾਈਕੋਲੋਜੀ ਵੀ ਆ ਸਕਦਾ। ਦੋਨਾਂ ਨੂੰ ਕੀ ਦੀ ਸਟੱਡੀ ਕਿਹਾ ਜਾਂਦਾ ਹੈ, ਸਟੱਡੀ ਆਫ ਐਲਗੀ। ਕਲੀਅਰ। ਮੋਸਟਲੀ ਇੱਥੇ ਕਿਹੜੇ, ਅਗਰ ਆਪਾਂ ਗੱਲ ਕਰੀਏ ਐਲਗੀ ਕਿੱਥੇ ਪ੍ਰੈਜ਼ੈਂਟ ਹੁੰਦੀ ਹੈ, ਜੋ ਇਕੁਐਟਿਕ ਹੈਬੀਟੈਟ ਹੈ ਇਹਦਾ, ਇਕੁਐਟਿਕ ਮਤਲਬ ਪਾਣੀ ਵਾਲੀ ਜਗ੍ਹਾ 'ਤੇ ਪ੍ਰੈਜ਼ੈਂਟ ਹੁੰਦਾ, ਇਕੁਐਟਿਕ ਹੈਬੀਟੈਟ ਹੈ ਇਸਦਾ। ਕਲੀਅਰ। ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਨੈਕਸਟ ਆਪਾਂ ਗੱਲ ਕਰਦੇ ਹਾਂ, ਨੈਕਸਟ ਜੋ ਟਾਈਪ ਸੀ ਚਾਰਟ ਦੇ ਵਿੱਚ, ਬ੍ਰਾਇਓਫਾਈਟਾ। ਦੇਖੋ ਬ੍ਰਾਇਓਫਾਈਟਾ ਕੀ ਹੈ, ਫਸਟਲੀ ਇਹਨਾਂ ਨੂੰ ਐਂਫੀਅਨਸ ਆਫ ਪਲਾਂਟ ਕਿੰਗਡਮ ਵੀ ਕਿਹਾ ਜਾਂਦਾ। ਐਂਫੀਅਨਸ ਕੀ ਹੁੰਦੇ ਆ,
ਜੋ ਵਾਟਰ ਨਾਲ ਵੀ ਰਿਲੇਟ ਕਰਨ ਤੇ ਲੈਂਡ ਨਾਲ ਵੀ, ਲੈਂਡ ਐਂਡ ਵਾਟਰ ਨਾਲ ਕੀ ਕਰਨ, ਰਿਲੇਟ ਕਰਨ। ਉਹਨੂੰ ਬ੍ਰਾਇਓਫਾਈਟਾ ਕਿਹਾ ਜਾਂਦਾ, ਐਂਫੀਅਨਸ ਕਿਹਾ ਜਾਂਦਾ। ਪਲਾਂਟ ਕਿੰਗਡਮ ਦੇ ਕਿਉਂ ਨੇ, ਦੇਖੋ ਕਿਉਂਕਿ ਜੋ ਪਲਾਂਟ ਹੈ ਇਹ ਹੁੰਦੇ ਸੋਇਲ 'ਤੇ ਨੇ, ਬਟ ਇਹ ਡਿਪੈਂਡ ਕਿਸ 'ਤੇ ਕਰਦੇ ਆ, ਵਾਟਰ 'ਤੇ। ਕਿਸ ਦੇ ਲਈ, ਰੀਪਰੋਡਕਸ਼ਨ ਦੇ ਲਈ। ਇਹ ਜੋ ਬ੍ਰਾਇਓਫਾਈਟ ਹੈ ਇਹ ਰੀਪਰੋਡਕਸ਼ਨ ਦੇ ਲਈ ਕਿਸ 'ਤੇ ਡਿਪੈਂਡ ਕਰਦੇ ਆ, ਵਾਟਰ 'ਤੇ, ਬਟ ਰਹਿੰਦੇ ਕਿੱਥੇ ਹੈ, ਸੋਇਲ 'ਤੇ। ਇਸ ਦੀ ਵਜ੍ਹਾ ਨਾਲ ਇਹਨਾਂ ਨੂੰ ਕੀ ਕਿਹਾ ਜਾਂਦਾ, ਐਂਫੀਅਨਸ ਕਿਹਾ ਜਾਂਦਾ ਪਲਾਂਟ ਕਿੰਗਡਮ ਦਾ। ਕਲੀਅਰ। ਬ੍ਰਾਇਓਫਾਈਟਾ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਿਹੜੀ ਕਿਹੜੀ ਸਪੀਸੀਜ਼ ਆ ਜਾਂਦੀ ਹੈ, ਮੇਨਲੀ 25,000 ਸਪੀਸੀਜ਼ ਦੇ ਵਿੱਚ ਇਹ ਡਿਵਾਈਡ ਹੈ, ਇਹਦੇ ਵਿੱਚ ਇਨਕਲੂਡਸ ਨੇ। ਅਗਰ ਮੈਂ ਗੱਲ ਕਰਾਂ ਬ੍ਰਾਇਓਫਾਈਟਾ 2 ਵਰਡਸ ਤੋਂ ਬਣਦਾ, ਇੱਕ ਤਾਂ ਬ੍ਰਾਇਓਨ, ਨੈਕਸਟ ਇਹਦੇ ਨਾਲ ਹੀ ਫਾਈਟੋਨ। ਇਹ 2 ਵਰਡਸ ਤੋਂ ਮਿਲ ਕੇ ਬ੍ਰਾਇਓਫਾਈਟਾ ਬਣਦਾ, ਜਿਹਦੇ ਵਿੱਚ ਬ੍ਰਾਇਓਨ ਦਾ ਮਤਲਬ ਹੁੰਦਾ ਮੂਸ, ਮੂਸ ਵੀ ਬੋਲ ਦਿੰਦੇ ਆ। ਫਾਇਓਟੋਨ ਦਾ ਮਤਲਬ ਹੁੰਦਾ ਪਲਾਂਟ। ਸੋ ਇਸ ਦੇ ਵਿੱਚ ਕੀ ਆ ਜਾਂਦੇ ਹੈ, ਜਿਵੇਂ ਅਗਰ ਆਪਾਂ ਗੱਲ ਕਰੀਏ ਲੀਵ ਵੋਟਸ, ਹੌਰਨ ਵੋਟਸ, ਮੂਜ਼ਿਜ਼, ਇਹ ਸਾਰੇ ਕਿਹਦੇ ਵਿੱਚ, ਇਹਦੇ ਵਿੱਚ ਕੀ ਹੋ ਜਾਂਦੇ ਨੇ, ਪ੍ਰੈਜ਼ੈਂਟ ਹੁੰਦੇ ਆ। ਇਹ ਮੇਨਲੀ ਅਗਰ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਆ ਗਏ, ਮੂਜ਼ਿਜ਼, ਲਾਈਵ ਵੋਟ, ਇਹ ਸਭ ਇਸ ਦੇ ਵਿੱਚ ਕੀ ਹੋ ਜਾਂਦੇ ਨੇ, ਪ੍ਰੈਜ਼ੈਂਟ ਹੋ ਜਾਂਦੇ ਆ। ਕਲੀਅਰ। ਅਗਰ ਮੈਂ ਅੱਗੇ ਇਹਨਾਂ ਦੀ ਗੱਲ ਕਰਾਂ ਤਾਂ ਇਹ ਮੇਨਲੀ ਕਿੱਥੇ ਪਾਏ ਜਾਂਦੇ ਆ, ਜਿੱਥੇ ਕੀ ਹੁੰਦੀ ਹੈ ਥੋੜ੍ਹੀ ਜਿਹੀ ਅਗਰ ਵੈਟੀ ਜਗ੍ਹਾ ਹੋਵੇ, ਹਿਊਮਿਡ ਵਾਲੀ ਜਗ੍ਹਾ ਹੋਵੇ। ਹਿਊਮਿਡ ਦਾ ਮਤਲਬ ਜਿੱਥੇ ਥੋੜ੍ਹਾ ਬਹੁਤ ਪਾਣੀ ਪ੍ਰੈਜ਼ੈਂਟ ਹੋ, ਹਿਊਮਿਡ ਵਾਲੀ ਜਗ੍ਹਾ 'ਤੇ ਪ੍ਰੈਜ਼ੈਂਟ ਹੁੰਦੇ ਆ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਸ਼ੈਡਡ ਲੀਵਸ, ਇਸ ਦੇ ਜੋ ਸ਼ੈਡਡ ਲੋਕੇਟੀਜ਼ ਜਿੱਥੇ ਛਾਂ ਰਹਿੰਦੀ ਹੈ, ਧੁੱਪ ਨਹੀਂ ਜ਼ਿਆਦਾ ਆਉਂਦੀ, ਛਾਂ ਰਹਿੰਦੀ ਹੈ, ਉਸ ਨੂੰ ਸ਼ੈਡਡ ਲੋਕੇਟੀਜ਼ ਬੋਲਦੇ ਆ। ਕਲੀਅਰ। ਇਹ ਜਿੱਥੇ ਗਰੋ ਹੁੰਦੇ ਆ ਉਹ ਵਾਲੀ ਜਗ੍ਹਾ ਨੇ, ਹਿਊਮਿਡ ਐਂਡ ਸ਼ੇਡਡ ਏਰੀਆਜ਼। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਦੀ। ਆਈ ਹੋਪ ਤੁਹਾਨੂੰ ਇੱਥੇ ਤੱਕ ਸਮਝ ਆ ਚੁੱਕਿਆ ਹੋਣਾ। ਨੈਕਸਟ ਦੇਖੋ, ਨੈਕਸਟ ਹੈ ਜੀ ਤੁਹਾਡੇ ਕੋਲ ਟੈਡੀਓਫਾਈਟਾਸ। ਇਹ ਮੇਨਲੀ ਕਿਸ ਕੈਟਾਗਰੀ 'ਚ ਆ ਜਾਂਦੇ, ਜਿਵੇਂ ਝਾੜੀਆਂ ਹੁੰਦੀਆਂ ਨੇ ਨਾ, ਪੰਜਾਬੀ 'ਚ ਅਗਰ ਮੈਂ ਗੱਲ ਕਰਾਂ ਤੁਹਾਨੂੰ ਪਤਾ ਹੋਣਾ, ਛੋਟੇ ਛੋਟੇ ਜਿਹੇ ਪਲਾਂਟਸ, ਝਾੜੀਆਂ ਉਸ ਕੈਟਾਗਰੀ ਦੇ ਵਿੱਚ ਆ ਜਾਂਦੀਆਂ। ਮੇਨਲੀ ਕਿੱਥੇ ਪਾਏ ਜਾਂਦੇ ਆ, ਇਹ ਵੈਟੀ ਏਰੀਆ ਦੇ ਵਿੱਚ, ਵੈਟ ਏਰੀਆ ਜੋ ਗਿੱਲੇ ਏਰੀਆ ਹੁੰਦੇ ਆ ਉੱਥੇ ਪਾਏ ਜਾਂਦੇ ਆ। ਸ਼ੈਡੀ ਪਲੇਸਿਸ ਦੇ ਵਿੱਚ, ਮਾਊਂਟੇਨਸ ਦੇ ਵਿੱਚ, ਫੋਰੈਸਟ ਦੇ ਵਿੱਚ, ਉਸ ਏਰੀਆਜ਼ ਦੇ ਵਿੱਚ ਪਾਏ ਜਾਂਦੇ ਆ। ਹੁਣ ਇਸ ਦੀ ਅਗਰ ਮੈਂ ਗੱਲ ਕਰਾਂ, ਇਹ ਪ੍ਰਿਮਿਟਿਵ ਟਿਸ਼ੂਜ਼, ਵਸਕੂਲਰ ਟਿਸ਼ੂਜ਼ ਮਤਲਬ ਜ਼ਾਈਲਮ ਐਂਡ ਫਿਲੋਮ ਪ੍ਰੈਜ਼ੈਂਟ ਹੈ। ਫਲਾਵਰਲੈਸ ਹੈ, ਫਲਾਵਰਸ ਨਹੀਂ ਪ੍ਰੈਜ਼ੈਂਟ ਹੁੰਦੇ, ਉਹ ਤਾਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਗੱਲ ਕਰ ਚੁੱਕੇ ਹਾਂ। ਇਹ ਵੀ ਸੀਡਲੈਸ ਹੁੰਦਾ, ਸੀਡਸ ਪ੍ਰੈਜ਼ੈਂਟ ਨਹੀਂ ਹੁੰਦੇ ਇਹਨਾਂ ਦੇ ਵਿੱਚ, ਬਟ ਇਹ ਡਿਫਰੈਂਸ਼ੀਏਟ ਹੁੰਦਾ। ਅੱਗੇ ਇਸ ਦੇ ਪਾਰਟਸ ਨੇ ਕਿਸ ਕਿਸ 'ਚ, ਰੂਟਸ, ਸਟੈਮਸ ਐਂਡ ਲੀਵਸ ਦੇ ਵਿੱਚ ਕੀ ਹੈ, ਡਿਫਰੈਂਸ਼ੀਏਟ ਹੁੰਦਾ, ਡਿਵਾਈਡ ਕੀਤਾ ਜਾਂਦਾ। ਕਲੀਅਰ। ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਅਗਰ ਆਪਾਂ ਗੱਲ ਕਰੀਏ ਇਸ ਦੀ ਟੈਡੀਓਫਾਈਟਾ ਦੀ, ਅਗਰ ਮੈਂ ਇਸ ਦੀ ਗੱਲ ਕਰਾਂ, ਇਹ ਵੀ 2 ਵਰਡ ਤੋਂ ਬਣਿਆ ਹੋਇਆ, ਟੈਰਿਓਨ ਐਂਡ ਫਾਈਟੋਨ। ਦੇਖੋ ਫਾਈਟੋਨ ਦਾ ਮਤਲਬ ਤਾਂ ਤੁਹਾਨੂੰ ਕਲੀਅਰ ਹੀ ਹੈ, ਪਲਾਂਟਸ। ਕਲੀਅਰ। ਇਸ ਦਾ ਮਤਲਬ ਕੀ ਹੁੰਦਾ, ਫੈਦਰ, ਜਿਵੇਂ ਪੰਖ ਹੁੰਦੇ ਆ ਨਾ ਛੋਟੇ ਛੋਟੇ ਫੈਦਰ ਵਾਲੇ, ਉਸ ਵੇ ਦੇ ਨਾਲ। ਕਲੀਅਰ। ਤਾਂ ਇਹ ਉਸ ਨੂੰ ਕੀ ਕਰਦੇ ਆ, ਫੈਦਰ ਵਾਲੇ ਜੋ ਪਲਾਂਟਸ ਹੁੰਦੇ ਆ ਉਹ ਇਸ ਕੈਟਾਗਰੀਜ਼ ਦੇ ਵਿੱਚ ਆ ਜਾਂਦੇ ਆ। ਇਹਨਾਂ ਦੇ ਵਿੱਚ ਆਪਾਂ ਮੈਂ ਪਹਿਲਾਂ ਹੀ ਗੱਲ ਕਰ ਚੁੱਕੀ ਹਾਂ, ਵਸਕੂਲਰ ਟਿਸ਼ੂਜ਼ ਵੀ ਪ੍ਰੈਜ਼ੈਂਟ ਹੁੰਦੇ ਆ, ਮੀਨਸ ਜ਼ਾਈਲਮ ਅਤੇ ਫਿਲੋਮ, ਜੋ ਫੂਡ ਅਤੇ ਵਾਟਰ ਨਿਊਟਰੀਐਂਟਸ ਨੂੰ ਕੀ ਕਰਦੇ ਆ, ਸਪਲਾਈ ਕਰਵਾਉਂਦੇ ਆ। ਕਲੀਅਰ। ਇਹਨਾਂ ਦੇ ਜੋ ਲੀਵਸ ਹੁੰਦੇ ਆ ਉਹ ਸਮੋਲ ਸਮੋਲ ਲੀਵਸ ਹੁੰਦੇ ਆ, ਬਿਲਕੁਲ ਛੋਟੇ ਛੋਟੇ ਜਿਹੇ ਲੀਵਸ ਪ੍ਰੈਜ਼ੈਂਟ ਹੁੰਦੇ ਆ ਇਹਨਾਂ ਦੇ ਪੱਤੇ। ਨੈਕਸਟ ਅਗਰ ਮੈਂ ਗੱਲ ਕਰਾਂ ਫਨੈਰੋਗਮਸ ਦੀ, ਦੇਖੋ ਇਹ ਅਗਲੀ ਕੈਟਾਗਰੀ ਸੀ। ਅਗਰ ਮੈਂ ਚਾਰਟ ਦੀ ਗੱਲ ਕਰਾਂ, ਤੁਹਾਨੂੰ ਚਾਰਟ ਇੱਕ ਵਾਰ ਦਿਖਾ ਦਾਂ। ਹਾਂਜੀ, ਆਪਾਂ ਇਸ ਟਾਈਮ ਆ ਵੀ ਡਿਸਕਸ ਕਰ ਚੁੱਕੇ, ਕ੍ਰਿਪਟੋਗਮਸ, ਥੈਲੋਫਾਈਟਾ, ਬ੍ਰਾਇਓਫਾਈਟਾ, ਟੈਰੀਓਫਾਈਟਾ, ਇਹ ਸਭ ਆਪਾਂ ਕੀ ਕਰ ਚੁੱਕੇ ਹਾਂ, ਡਿਸਕਸ। ਹੁਣ ਆਪਾਂ ਸਿਰਫ ਇੱਧਰਲਾ ਜੋ ਪੋਰਸ਼ਨ ਸੀ ਜੋ ਵਿਦ ਦਾ ਹੈਲਪ ਆਫ ਸੀਡਸ ਗਰੋ ਹੁੰਦੇ ਆ, ਉਸ ਪੋਰਸ਼ਨ ਦੀ ਕੀ ਕਰਾਂਗੇ, ਗੱਲ ਕਰਾਂਗੇ, ਉਹਨੂੰ ਕੀ ਆ, ਕੰਟੀਨਿਊ ਕਰਾਂਗੇ, ਤਾਂ ਕਿ ਤੁਹਾਨੂੰ ਇਹ ਜੋ ਟੌਪਿਕਸ ਨੇ ਇਹ ਬਿਲਕੁਲ ਧਿਆਨ ਨਾਲ ਕਰਨ ਵਾਲੇ ਆ, ਤਾਂ ਕਿ ਸਮਝ ਆ ਸਕਣ। ਸੌਰੀ, ਅੱਗੇ ਆਪਾਂ ਡਿਸਕਸ ਕਰਦੇ ਹਾਂ। ਹਾਂਜੀ, ਫਨੈਰੋਗਮਸ ਦੇਖੋ, ਇਹ ਉਹ ਪਲਾਂਟਸ ਹੈ ਜਿਨ੍ਹਾਂ ਦੇ ਫਲਾਵਰ ਪ੍ਰੈਜ਼ੈਂਟ ਹੁੰਦਾ,
ਜੋ ਵਿਦ ਦ ਹੈਲਪ ਆਫ ਸੀਡ ਗਰੋ ਕਰਦੇ ਆ, ਵਿਦ ਦ ਹੈਲਪ ਆਫ ਸੀਡਸ ਗਰੋ ਕਰਦੇ ਆ, ਮੀਨਸ ਇਹਨਾਂ ਨੂੰ ਕੀ ਹੁੰਦੀ ਹੈ, ਸੀਡਸ ਦੀ ਜ਼ਰੂਰਤ ਹੁੰਦੀ ਹੈ। ਅਗਰ ਮੈਂ ਗੱਲ ਕਰਾਂ ਇਸ ਗਰੁੱਪ ਦੇ ਵਿੱਚ ਪਲਾਂਟ ਵੈਲ ਡਿਵੈਲਪ ਹੁੰਦੇ ਆ, ਪ੍ਰੋਪਰ ਵੇ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਇਹ ਅੱਗੇ ਕੀ ਹੈ, ਡਿਫਰੈਂਸ਼ੀਏਟ ਹੁੰਦੇ ਆ, ਅੱਗੇ ਇਹਨਾਂ ਦੀਆਂ ਕੈਟਾਗਰੀਜ਼ ਹੁੰਦੀਆਂ ਨੇ, ਜਿਵੇਂ ਫਲਾਵਰਸ ਹੁੰਦੇ ਆ, ਫਰੂਟਸ ਹੁੰਦੇ ਆ, ਸੀਡਸ ਵੀ ਪ੍ਰੈਜ਼ੈਂਟ ਹੁੰਦੇ ਆ। ਇਸੇ ਵੇ ਨਾਲ ਇਹਨੂੰ ਕੀ ਹੈ, ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ, ਇਸ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਇੱਕ ਤਾਂ ਜਿਮਨੋਸਪਰਮ, ਜਿਮਨੋਸਪਰਮ, ਇੱਕ ਸੈਕਿੰਡ ਵਨ ਇਜ਼ ਐਂਜੀਓਸਪਰਮ। ਇਸ ਵੇ ਦੇ ਨਾਲ ਦੋ ਕੈਟਾਗਰੀਜ਼ ਦੇ ਵਿੱਚ ਕੀ ਕੀਤਾ ਜਾਂਦਾ ਹੈ, ਡਿਵਾਈਡ ਕੀਤਾ ਜਾਂਦਾ। ਕਲੀਅਰ। ਹੁਣ ਆਪਾਂ ਇਹਨਾਂ ਦੋ ਕੈਟਾਗਰੀਜ਼ ਨੂੰ ਸਮਝਦੇ ਹਾਂ। ਸਭ ਤੋਂ ਪਹਿਲਾਂ ਜਿਮਨੋਸਪਰਮ, ਦੇਖੋ ਇਸ ਦਾ ਕੀ ਮਤਲਬ ਹੈ। ਇਹਨਾਂ ਨੂੰ ਅਗਰ ਮੇਨਲੀ ਦੂਸਰਾ ਕੀ ਨੇਮ ਨਾਲ ਜਾਣਿਆ ਜਾਂਦਾ ਹੈ, ਨੇਕਡ ਸੀਡਸ ਦੇ ਨੇਮ ਨਾਲ ਕੀ ਹੈ, ਜਾਣਿਆ ਜਾਂਦਾ ਹੈ। ਦੇਖੋ ਜੋ ਜਿਮਨੋਜ਼ ਹੈ, ਆ ਜੋ ਵਰਡ ਹੈ ਜਿਮਨੋਜ਼, ਇਸ ਦਾ ਮਤਲਬ ਹੁੰਦਾ ਨੇਕਡ, ਜਿਸ ਨੂੰ ਆਪਾਂ ਡਾਇਰੈਕਟਲੀ ਦੇਖ ਸਕਦੇ ਹਾਂ। ਕਲੀਅਰ। ਸਪਰਮਸ ਦਾ ਮਤਲਬ ਹੁੰਦਾ ਸੀਡ, ਤੁਹਾਨੂੰ ਪਤਾ ਹੀ ਹੈ। ਇਹ ਦੋ ਵਰਡਸ ਤੋਂ ਬਣਦਾ ਹੈ, ਇਸੇ ਲਈ ਇਸ ਨੂੰ ਕੀ ਕਿਹਾ ਜਾਂਦਾ, ਨੇਕਡ ਸੀਡਸ ਕਿਹਾ ਜਾਂਦਾ। ਵਸਕੂਲਰ ਪਲਾਂਟਸ ਹੈ, ਮੀਨਸ ਇਸ ਦੇ ਵਿੱਚ ਕੀ ਪ੍ਰੈਜ਼ੈਂਟ ਹੈ, ਜ਼ਾਈਲਮ ਐਂਡ ਫਿਲੋਮ ਟਿਸ਼ੂਜ਼ ਪ੍ਰੈਜ਼ੈਂਟ ਹੈ। ਕਲੀਅਰ। ਇਹੀ ਦੱਸਿਆ ਸੀ। ਇਹ ਅਗਰ ਮੈਂ ਗੱਲ ਕਰਾਂ ਸਮਾਲੈਸਟ ਗਰੁੱਪ ਆਫ, ਇਹ ਹੋਰ ਕਿਸ ਨੇਮ ਨਾਲ ਜਾਣਿਆ ਜਾਂਦਾ, ਜਿਮਨੋਸਪਰਮ, ਸਮਾਲੈਸਟ ਗਰੁੱਪ ਆਫ ਪਲਾਂਟ ਕਿੰਗਡਮ, ਸਮਾਲੈਸਟ group of plant kingdom, plant kingdom। ਕਲੀਅਰ। ਸਮਾਲੈਸਟ ਗਰੁੱਪ ਵੀ ਦੱਸਤਾ ਤੁਹਾਨੂੰ ਮੈਂ, ਲਾਰਜੈਸਟ ਗਰੁੱਪ ਵੀ ਦੱਸਤਾ ਸੀ। ਤਾਂ ਕਿਸੇ ਵੀ ਤਰ੍ਹਾਂ ਦਾ ਅਗਰ ਕੁਐਸਚਨ ਬਣਿਆ ਤਾਂ ਤੁਸੀਂ ਕਨਫਿਊਜ਼ ਕਦੀ ਵੀ ਨਹੀਂ ਹੋਵੋਗੇ, ਈਜ਼ਲੀ ਡਾਇਰੈਕਟਲੀ ਤੁਸੀਂ ਆਨਸਰਸ ਦੇ ਸਕਦੇ ਹੋ। ਅਗਰ ਮੈਂ ਗੱਲ ਕਰਾਂ ਇਸ ਦੀ, ਅੱਗੇ ਆਪਾਂ ਪੜ੍ਹਦੇ ਹਾਂ। ਜੋ ਇਹ ਪਲਾਂਟਸ ਹੈ, ਇਹ ਮੇਨਲੀ ਟਰੀਜ਼ ਜਾਂ ਬੁਸ਼ਿਸ, ਝਾੜੀਆਂ ਦੇ ਫੋਰਮ ਦੇ ਵਿੱਚ ਪਾਇਆ ਜਾਂਦਾ। ਇਹ ਡਿਫਰੈਂਸ਼ੀਏਟ ਹੁੰਦਾ ਰੂਟ, ਸਟੈਮ ਅਤੇ ਲੀਵਸ ਦੇ ਫੋਰਮਸ ਦੇ ਵਿੱਚ। ਇਹ ਵੁੱਡੀ ਪਲਾਂਟਸ ਹੁੰਦੇ ਆ, ਵੁੱਡ ਪ੍ਰੈਜ਼ੈਂਟ ਹੁੰਦੀ ਹੈ ਇਹਨਾਂ 'ਤੇ। ਇਹਨਾਂ ਦੇ ਵਿੱਚ ਟੈਪ ਰੂਟ ਸਿਸਟਮ ਪ੍ਰੈਜ਼ੈਂਟ ਹੁੰਦਾ, ਟੈਪ ਰੂਟ ਸਿਸਟਮ ਪ੍ਰੈਜ਼ੈਂਟ ਹੁੰਦਾ। ਟੈਪ ਰੂਟ ਸਿਸਟਮ ਕੀ ਹੁੰਦਾ ਇਸ ਦੇ ਵਿੱਚ, ਪ੍ਰੈਜ਼ੈਂਟ। ਕਲੀਅਰ। ਇਸ ਦਾ ਮਤਲਬ ਅਗਰ ਆਪਾਂ ਗੱਲ ਕਰੀਏ, ਇਸ ਦੇ ਵਿੱਚ ਬਹੁਤ ਸਾਰੇ ਕੀ ਆ ਜਾਂਦੇ ਨੇ, ਰੂਟਸ ਵੀ ਆ ਜਾਂਦੀਆਂ ਫਿਰ। ਕਲੀਅਰ। ਜਦੋਂ ਆਪਾਂ ਕਹਿਤਾ ਟੈਪ ਰੂਟ ਪ੍ਰੈਜ਼ੈਂਟ ਹੁੰਦੇ, ਇਸ ਦੇ ਵਿੱਚ ਮਤਲਬ ਕਿ ਰੂਟਸ ਵਾਲਾ ਸਿਸਟਮ ਸਾਰਾ ਆ ਜਾਏਗਾ। ਇਸ ਦੀ ਅਗਰ ਮੈਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਤੁਸੀਂ ਐਗਜ਼ਾਮਪਲ ਯਾਦ ਰੱਖ ਸਕਦੇ ਹੋ, ਪੀਨਸ। ਇਹ ਕੀ ਹੈ, ਇਸ ਦੀ ਐਗਜ਼ਾਮਪਲ ਹੈ ਜਿਮਨੋਸਪਰਮਸ ਦੀ। ਕਲੀਅਰ। ਇਹ ਤੁਸੀਂ ਕੀ ਹੈ, ਲਰਨ ਰੱਖ ਸਕਦੇ ਹੋ। ਨੈਕਸਟ ਆਪਾਂ ਗੱਲ ਕਰਾਂਗੇ ਐਂਜੀਓਸਪਰਮਸ ਦੀ। ਅਗਰ ਇਸ ਦੀ ਇੱਕ ਇੰਪੋਰਟੈਂਸ ਰਹਿ ਗਈ, ਪਹਿਲਾਂ ਮੈਂ ਉਹ ਵੀ ਕਰਵਾ ਦਾਂ, ਜਸਟ ਅ ਸੈਕਿੰਡ। ਹਾਂਜੀ, ਇੰਪੋਰਟੈਂਸ ਦੇਖ ਲੈਂਦੇ ਹਾਂ ਆਪਾਂ, ਉਹ ਟੌਪਿਕ ਵੀ ਰਹਿ ਨਾ ਜਾਵੇ ਤੁਹਾਡਾ। ਇੰਪੋਰਟੈਂਸ ਦੇਖੋ ਇਹਦੀ ਕਿੱਥੇ ਇੰਪੋਰਟੈਂਸ ਹੈ, ਇਸ ਨੂੰ ਐਜ਼ ਅ ਫੂਡ ਆਪਾਂ ਯੂਜ਼ ਕਰਦੇ ਹਾਂ, ਐਜ਼ ਅ ਫੂਡ ਯੂਜ਼ ਕੀਤਾ ਜਾਂਦਾ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਐਜ਼ ਅ ਵੁੱਡ, ਐਜ਼ ਅ ਵੁੱਡ ਯੂਜ਼ ਕੀਤਾ ਜਾਂਦਾ। ਇਸ ਦੀ ਵੁੱਡ ਨੂੰ ਯੂਜ਼ ਕੀਤਾ ਜਾਂਦਾ। ਇਸ ਤੋਂ ਆਪਾਂ ਨੂੰ ਕੀ, ਅਗਰ ਆਪਾਂ ਗੱਲ ਕਰੀਏ ਇੰਕ ਬਣਾਉਂਦੇ ਹਾਂ, ਇਹਨਾਂ ਪਲਾਂਟਸ ਤੋਂ ਇੰਕ ਬਣਾਉਣ ਦੇ ਵਿੱਚ ਹੈਲਪ ਹੁੰਦੇ ਆ। ਹੋਰ ਪੋਲਿਸ਼, ਪੇਂਟ, ਟਰਪਾਈਨ ਆਇਲ ਪ੍ਰੋਵਾਈਡ ਹੁੰਦਾ, ਟਰਪਾਈਨ ਆਇਲ। ਤਾਂ ਇਹ ਸਭ ਕਿਸ ਤੋਂ ਮਿਲਦਾ ਆਪਾਂ ਨੂੰ, ਜੋ ਜਿਮਨੋਸਪਰਮਸ ਨੇ। ਤਾਂ ਇਹਦੀ ਕੀ ਹੋਗੀ, ਇੰਪੋਰਟੈਂਸ ਹੋਗੀ। ਕਲੀਅਰ। ਅੱਗੇ ਆਪਾਂ ਗੱਲ ਕਰਾਂਗੇ ਐਂਜੀਓਸਪਰਮ ਦੀ। ਦੇਖੋ ਐਂਜੀਓਸਪਰਮਸ ਕੀ ਹੁੰਦੇ ਆ, ਇਹ ਉਹ ਪਲਾਂਟਸ ਹੈ, ਅਗਰ ਆਪਾਂ ਗੱਲ ਕਰੀਏ ਇਨ ਵਿੱਚ ਜੋ ਇਹਨਾਂ ਦਾ ਸਬ ਗਰੁੱਪ ਹੈ, ਮੀਨਸ ਸੀਡ, ਉਹ ਇਹਨਾਂ ਦੇ ਅੰਦਰ ਪ੍ਰੈਜ਼ੈਂਟ ਹੁੰਦਾ, ਮੀਨਸ ਫਰੂਟਸ ਦੇ ਅੰਦਰ ਪ੍ਰੈਜ਼ੈਂਟ ਹੁੰਦਾ। ਉਸਨੂੰ ਆਪਾਂ ਕੀ ਬੋਲ ਸਕਦੇ ਹਾਂ, ਐਂਜੀਓਸਪਰਮਸ। ਅਗਰ ਮੈਂ ਸਿੰਪਲ ਜੀ ਅਗਰ ਐਗਜ਼ਾਮਪਲ ਲਵਾਂ ਤੁਹਾਡੇ ਕੋਲ, ਜਿਵੇਂ ਲੈਮਨ, ਨਿੰਬੂ, ਇਸ ਦੇ ਜੋ ਸੀਡਸ ਹੁੰਦੇ ਆ ਉਹ ਅੰਦਰ ਪ੍ਰੈਜ਼ੈਂਟ ਹੁੰਦੇ ਆ। ਜੋ ਫਰੂਟ ਹੈ ਲੈਮਨ ਹੈ, ਇਸ ਦੇ ਅੰਦਰ ਕੀ ਹੁੰਦੇ ਆ, ਸੀਡਸ ਪ੍ਰੈਜ਼ੈਂਟ ਹੁੰਦੇ ਆ। ਇਹ ਉਹ ਵਾਲੇ ਪਲਾਂਟਸ, ਇਹਨਾਂ ਦੇ ਪ੍ਰੋਪਰ ਰੂਟਸ ਵੀ ਹੁੰਦੀ ਹੈ। ਤੁਸੀਂ ਅਗਰ ਲੈਮਨ ਦਾ ਪਲਾਂਟ ਦੇਖਿਆ ਹੋਊਗਾ, ਫਲਾਵਰਸ ਵੀ ਹੁੰਦੇ ਹੈ, ਫਰੂਟਸ ਵੀ ਪ੍ਰੈਜ਼ੈਂਟ ਹੁੰਦੇ ਆ। ਇਹ ਵੈਲ ਡਿਵੈਲਪ ਪਲਾਂਟ ਹੁੰਦਾ ਹੈ। ਤੁਸੀਂ ਅਗਰ ਲੈਮਨ ਦਾ ਪਲਾਂਟ ਦੇਖਿਆ ਹੋਇਆ ਤਾਂ ਤੁਹਾਨੂੰ ਈਜ਼ਲੀ ਪਤਾ ਲੱਗ ਜਾਏਗਾ, ਮੋਸਟਲੀ ਘਰਾਂ ਦੇ ਵਿੱਚ ਲੈਮਨ ਦਾ ਪਲਾਂਟ ਹੁੰਦਾ।
ਤਾਂ ਲੈਮਨ ਦੇ ਵਿੱਚ ਜੋ ਫਰੂਟ ਹੈ ਸੀਡ ਇਹਦੇ ਅੰਦਰ ਪ੍ਰੈਜ਼ੈਂਟ ਹੁੰਦੇ ਆ, ਇਸ ਦੇ ਫਲਾਵਰ ਵੀ ਲੱਗਦੇ ਆ, ਇਸ ਦੀ ਰੂਟਸ ਵੀ ਹੁੰਦੀਆਂ। ਇਸ ਵੇ ਦੇ ਨਾਲ ਕੀ ਹੈ ਇਹ ਡਿਵਾਈਡ ਕੀਤਾ ਜਾਂਦਾ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਇਸ ਦੇ ਵਿੱਚ ਕੀ ਹੈ ਵਸਕੂਲਰ ਟਿਸ਼ੂਜ਼ ਵੀ ਪ੍ਰੈਜ਼ੈਂਟ ਹੁੰਦੇ ਆ, ਵਸਕੂਲਰ ਟਿਸ਼ੂਜ਼ ਪ੍ਰੈਜ਼ੈਂਟ ਹੁੰਦੇ ਆ। ਵਸਕੂਲਰ ਟਿਸ਼ੂਜ਼ ਕਿਹੜੇ ਦੱਸੇ ਸੀ ਵਸਕੂਲਰ ਟਿਸ਼ੂਜ਼? ਜਿਵੇਂ ਆਪਾਂ ਗੱਲ ਕਰੀਏ ਜ਼ਾਈਲਮ ਐਂਡ ਫਿਲੋਮ, ਇਹ ਕੀ ਹੁੰਦੇ ਆ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਕਲੀਅਰ? ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਜੋ ਮੇਨਲੀ ਜ਼ਾਈਲਮ ਕੀ ਕੰਟੇਨ ਕਰਦਾ ਵੈਸਲਸ ਦੇ ਵਿੱਚ, ਜ਼ਾਈਲਮ ਕਿੱਥੇ ਕੰਟੇਨ ਹੁੰਦਾ ਵੈਸਲਸ ਦੇ ਵਿੱਚ, ਪਲਾਂਟਸ ਦੀਆਂ ਜੋ ਵੈਸਲਸ ਆ ਉੱਥੇ। ਅਗਰ ਮੈਂ ਗੱਲ ਕਰਾਂ ਫਿਲੋਮ ਦੀ ਤਾਂ ਇਹ ਜੋ ਸੀਵ ਟਿਊਬਸ ਹੁੰਦੀਆਂ ਉਹਨਾਂ ਦੇ ਵਿੱਚ ਪਾਇਆ ਜਾਂਦਾ। ਸੀਵ ਟਿਊਬ ਅਤੇ ਕੰਪੈਨੀਅਨ ਸੈੱਲ ਦੇ ਵਿੱਚ ਕੀ ਹੁੰਦਾ ਪ੍ਰੈਜ਼ੈਂਸ ਹੁੰਦਾ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਅੱਗੇ ਐਂਜੀਓਸਪਰਮਸ ਦੀਆਂ ਦੋ ਕੈਟਾਗਰੀਜ਼ ਹੈ। ਐਂਜੀਓਸਪਰਮ ਦੀਆਂ two categories हैं। फर्स्ट वन इज मोनोकैटिलोडन मोनोकोटिलेडन्स कोटिलेडन्स and second one is dicotyledons। ਕਲੀਅਰ? ਇਸ ਵੇ ਦੇ ਨਾਲ ਕੀ ਹੈ ਇਹਨਾਂ ਦੀ ਦੋ ਕੈਟਾਗਰੀਜ਼ ਹੈ। ਅਗਰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੋਨੋਕੋਟੀਲੈਡਨਸ ਦੀ ਅਗਰ ਮੈਂ ਗੱਲ ਕਰਾਂ, ਆਪਾਂ ਨੈਕਸਟ ਸ਼ੀਟ 'ਤੇ ਕਰਦੇ ਹਾਂ। ਹਾਂਜੀ, ਮੋਨੋਕੋਟੀਲੈਡਨਸ ਦੀ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਜੋ ਵੀਨਸ ਹੁੰਦੀਆਂ ਨੇ ਪਲਾਂਟਸ ਦੀਆਂ ਵੀਨਸ ਉਹ ਪੈਰਲਰ ਹੁੰਦੀਆਂ ਇੱਕ ਦੂਜੇ ਦੇ, ਪੈਰਲਰ ਹੁੰਦੀਆਂ। ਇਸ ਤੋਂ ਇਲਾਵਾ ਇਹਨਾਂ ਦੇ ਜਿਵੇਂ ਗ੍ਰਾਸ ਲਾਈਕ ਸਟਰਕਚਰਸ ਹੁੰਦੇ ਨੇ, ਇਹ ਗ੍ਰਾਸ ਲਾਈਕ ਹੁੰਦੇ ਆ, ਲੰਬੇ ਲੰਬੇ ਪਤਲੇ ਥਿਨ। ਕਲੀਅਰ? ਅਗਰ ਮੈਂ ਗੱਲ ਕਰਾਂ ਇਹਨਾਂ ਦੇ ਜੋ ਲੀਫ ਹੁੰਦੇ ਆ ਪੱਤਿਆਂ ਦੀ ਸਟਰਕਚਰ ਦੱਸੀਏ, ਅਗਰ ਮੈਂ ਗੱਲ ਕਰਾਂ ਡਾਈਕੋਟਸ ਦੀ, ਡਾਈਕੋਟੀਲੈਡਨਸ ਦੀ, ਇਹਨਾਂ ਦੇ ਵਿੱਚ ਜਸਟ ਅ ਸੈਕਿੰਡ, ਹਾਂਜੀ, ਇਹਨਾਂ ਦੇ ਵਿੱਚ ਕੀ ਹੁੰਦਾ ਨੈਟ ਲਾਈਕ ਪੈਟਰਨ ਹੁੰਦਾ, ਨੈਟ ਦੀ ਤਰ੍ਹਾਂ ਪੈਟਰਨ ਹੁੰਦਾ ਜਿਵੇਂ ਜਾਲ ਬਣਿਆ ਹੋਵੇ, ਨੈਟ ਲਾਈਕ ਪੈਟਰਨ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜੋ ਇਹਦੇ ਅਗਰ ਆਪਾਂ ਗੱਲ ਕਰੀਏ ਬਲੇਡਸ ਹੁੰਦੇ ਆ, ਪੈਟਿਓਲਸ ਹੁੰਦੇ ਆ, ਲੀਫ ਦੇ ਸਟਾਕਸ ਹੁੰਦੇ ਆ, ਉਹ ਸਾਰਾ ਕੁਛ ਇਸ ਦੇ ਵਿੱਚ ਆ ਜਾਂਦਾ। ਮੇਨਲੀ ਅਗਰ ਮੈਂ ਗੱਲ ਕਰਾਂ ਇਸ ਦੇ ਆਪਾਂ ਡਿਫਰੈਂਸ ਦੀ ਤਰ੍ਹਾਂ ਕਰ ਲੈਂਦੇ, ਇੱਧਰ ਮੋਨੋਕੈਟੀਲੈਡਨਸ, ਇੱਧਰ ਡਾਈਕੋਟੀਲੈਡਨਸ। ਕਲੀਅਰ? ਹਾਂਜੀ, ਅਗਰ ਆਪਾਂ ਇਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਮੋਨੋਕੋਟੀਲੈਡਨਸ ਦੀ, ਇਹਦੇ ਜੋ ਪਾਰਟਸ ਹੁੰਦੇ ਆ ਮੇਨਲੀ 3 ਪਾਰਟਸ ਹੁੰਦੇ ਆ। ਕੋਈ ਵੀ ਅਗਰ ਫਲਾਵਰ ਪ੍ਰੈਜ਼ੈਂਟ ਹੈ, ਫਲਾਵਰਸ ਦੇ 3 ਪਾਰਟਸ ਹੁੰਦੇ ਆ ਜਿਨ੍ਹਾਂ ਨੂੰ ਅਗਰ ਮੈਂ ਐਗਜ਼ਾਮਪਲ ਲਵਾਂ, ਜਿਵੇਂ ਇਹਦੇ ਵਿੱਚ ਮੋਨੋਕੋਟੀਲੈਡਨਸ ਦੇ ਵਿੱਚ ਆ ਜਾਂਦਾ ਗ੍ਰਾਸ, ਇਸ ਤੋਂ ਇਲਾਵਾ ਲੀਲੀਜ਼ ਫਲਾਵਰ ਹੁੰਦਾ, ਬੈਂਬੋ ਟਰੀ ਹੁੰਦਾ, ਇਹ ਸਾਰੇ ਕਿਹਦੀਆਂ ਐਗਜ਼ਾਮਪਲ ਨੇ ਮੋਨੋਕੋਟੀਲੈਡਨਸ ਦੀਆਂ। ਅਗਰ ਮੈਂ ਫਲਾਵਰਸ ਡਾਈਕੋਟੀਲੈਡਨਸ ਦੀ ਗੱਲ ਕਰਾਂ, ਇਸ ਦੇ ਵਿੱਚ ਮੇਨਲੀ ਜੋ ਪਾਰਟਸ ਹੁੰਦੇ ਆ ਫਲਾਵਰ ਦੇ ਉਹ 4 ਔਰ 5 ਹੁੰਦੇ ਆ। ਇਹਦੇ ਵਿੱਚ ਕਿੰਨੇ ਪਾਰਟਸ ਸੀ 3 ਪਾਰਟਸ ਸੀ। ਕਲੀਅਰ? ਇਹਦੇ ਵਿੱਚ ਪੈਟਲਸ ਅਲੱਗ ਹੁੰਦੇ ਆ, ਸੈਪਲਸ ਅਲੱਗ ਹੁੰਦੇ ਆ, ਇਨਸੈਕਟ ਪੋਲੀਨੇਸ਼ਨ ਕਰਵਾਉਂਦੇ ਆ ਇਸ ਦੇ ਵਿੱਚ। ਅਤੇ ਅਗਰ ਮੈਂ ਗੱਲ ਕਰਾਂ ਐਗਜ਼ਾਮਪਲ ਦੀ ਮਟਰ, ਪੀ, ਰੋਜ਼, ਗੁਲਾਬ ਦਾ, ਇਹ ਸਭ ਕਿਸ ਦੇ ਵਿੱਚ ਆ ਜਾਂਦੇ ਨੇ ਡਾਈਕੋਟੀਲੈਡਨਸ ਦੇ ਵਿੱਚ। ਕਲੀਅਰ? ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ। ਹੁਣ ਦੇਖੋ ਮੋਨੋ ਮਤਲਬ ਤੁਸੀਂ ਕਹੋਗੇ ਮੈਮ ਸਿੰਗਲ, ਮੋਨੋ ਮੀਨਸ ਸਿੰਗਲ, ਡਾਈਕੋਟੀਲੇਡਨ ਮੀਨਸ ਡਾਈ ਮਤਲਬ ਕੀ ਹੁੰਦਾ ਡਬਲ। ਤਾਂ ਇਹ ਕਿਸ ਅਗਰ ਨੇਮ ਕਿਸੇ ਥਰੂ ਦਾ ਰੱਖਿਆ ਹੋਣਾ ਨਾ, ਤਾਂ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਦੇਖੋ ਮੋਨੋਕੋਟੀਲੈਡਨ ਦੇ ਵਿੱਚ 1 ਸਿੰਗਲ ਐਮਬਰੋਏ ਪ੍ਰੈਜ਼ੈਂਟ ਹੁੰਦਾ, ਇਸ ਲਈ ਇਸ ਦਾ ਨਾਮ ਕੀ ਬਣ ਗਿਆ ਮੋਨੋਕੋਟੀਲੈਡਨ। ਡਾਈਕੋਟ ਦੀ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ 2 ਡਬਲ ਕੋਟੀਲੈਡਨਸ ਪ੍ਰੈਜ਼ੈਂਟ ਹੁੰਦੇ ਆ, ਡਬਲ ਐਮਬਰੋਏ ਪ੍ਰੈਜ਼ੈਂਟ ਹੁੰਦੇ ਆ। ਜੋ ਇਸ ਦੇ ਐਮਬਰੋਏ ਹੈ ਉਹ 2 ਕੋਟੀਲੈਡਨਸ ਨੂੰ ਕੀ ਕਰਦੇ ਹੈ ਮੀਨਸ ਪ੍ਰੈਜ਼ੈਂਟ ਹੁੰਦੇ। ਅਗਰ ਆਪਾਂ ਗੱਲ ਕਰੀਏ ਇਸ ਦੇ ਜੋ ਐਮਬਰੋਏ ਹੈ, ਐਮਬਰੋਏ ਦੇ ਵਿੱਚ ਸਿੰਗਲ ਕੋਟੀਲੈਡਨ ਪ੍ਰੈਜ਼ੈਂਟ ਹੁੰਦਾ,
ਇਸ ਦੇ ਐਮਬਰੋਏ ਦੇ ਵਿੱਚ ਡਬਲ ਕੋਟੀਲੈਡਨ ਪ੍ਰੈਜ਼ੈਂਟ ਹੁੰਦਾ, ਮੀਨਸ 2 ਕੋਟੀਲੈਡਨਸ ਹੁੰਦੇ ਆ, ਜਿਸ ਕਰਕੇ ਇਸ ਦਾ ਨਾਮ ਪੈ ਗਿਆ ਡਾਈਕੋਟੀਲੈਡਨਸ ਔਰ ਇਸ ਦਾ ਨਾਮ ਕੀ ਪੈ ਗਿਆ ਮੋਨੋਕੈਟੀਲੈਡਨਸ। ਮੈਂ ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ। ਦੇਖੋ ਮੋਨੋ ਦਾ ਮਤਲਬ ਹੈ ਜਿਸ ਦਾ, ਮੈਂ ਡੈਫੀਨੇਸ਼ਨ ਹੀ ਲਿਖ ਦਿੰਦੀ ਹਾਂ, ਐਮਬਰੋਏ ਹੈਜ਼ 1 ਕੋਟੀਲੈਡਨ। ਡਾਈ ਦੀ ਅਗਰ ਆਪਾਂ ਗੱਲ ਕਰੀਏ ਡਾਈਕੋਟੀਲੈਡਨ ਦੀ, ਇਹਦੇ ਵਿੱਚ ਜੋ ਐਮਬਰੋਏ ਹੈ, ਜਸਟ ਅ ਸੈਕਿੰਡ, ਐਮਬਰੋਏ ਹੈ ਜੋ ਉਸ ਦੇ ਵਿੱਚ ਕੀ ਹੈ, ਐਮਬਰੋਏ ਹੈਜ਼ 2 ਕੋਟੀਲੈਡਨਸ। ਕਲੀਅਰ। ਇਸ ਤਰ੍ਹਾਂ ਨਾਲ ਆਪਾਂ ਕੀ ਕੀਤਾ, ਡਿਫਰੈਂਸ਼ੀਏਟ ਕੀਤਾ ਡਾਈਕੋਟੀਲੈਡਨਸ ਨੂੰ ਐਂਡ ਮੋਨੋਕੋਟੀਲੈਡਨਸ ਨੂੰ। ਇਹ ਕਿਸ ਦੀਆਂ ਟਾਈਪ ਨੇ, ਐਂਜੀਓਸਪਰਮਸ ਦੀਆਂ। ਕਲੀਅਰ ਹੋਇਆ? ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ ਹੈ ਅਤੇ ਕੋਈ ਵੀ ਡਾਊਟ ਨਹੀਂ ਹੋਏਗਾ। ਅਗਰ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਆਪਾਂ ਨੈਕਸਟ ਲੈਕਚਰ ਦੇ ਵਿੱਚ ਸਾਰਾ ਰਿਪੀਟ ਕਰ ਦਾਂਗੇ ਜੋ ਤੁਹਾਨੂੰ ਡਾਊਟ ਹੋਊਗਾ। ਜੋ ਵੀ ਡਾਊਟ ਹੋਊਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ, ਆਪਾਂ ਨੈਕਸਟ ਜੋ ਲੈਕਚਰ ਲਗਾਵਾਂਗੇ ਉਸ ਦੇ ਵਿੱਚ ਰਿਪੀਟ ਕਰ ਦਾਂਗੇ। ਕਲੀਅਰ। ਥੈਂਕ ਯੂ ਸੋ ਮਚ। ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਮੈਕਸੀਮਮ ਟੂ ਮੈਕਸੀਮਮ ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ ਅਤੇ ਵੀਡੀਓ ਨੂੰ ਲਾਈਕ ਕਰੋ। ਜੋ ਵੀ ਡਾਊਟ ਹੋਇਆ ਕਿਸੇ ਵੀ ਟੌਪਿਕ ਰਿਗਾਰਡਿੰਗ ਤੁਸੀਂ ਕਮੈਂਟ ਬਾਕਸ ਦੇ ਵਿੱਚ ਕੀ ਹੈ, ਕਮੈਂਟ ਕਰਕੇ ਦੱਸ ਸਕਦੇ ਹੋ। ਕਲੀਅਰ। ਥੈਂਕ ਯੂ।